ਮੋਦੀ ਸਾਹਿਬ ਜਿਹੜੇ ਨੇ ਉਹ ਕਾਰਪੋਰੇਟਸ ਨਾਲ ਰਲੇ ਹੋਏ ਆ ਤੇ ਕਾਰਪੋਰੇਟਸ ਨੂੰ ਫਾਇਦਾ ਦੇਣ ਲਈ ਕਰਦੇ ਜਾਂ ਕੀਤਾ ਜਾਂ ਨਹੀਂ ਕੀਤਾ ਉਹ ਡਿਫਰੈਂਟ ਚੀਜ਼ ਹੈ। ਬਿੱਲ ਕੀ ਨੇ, ਐਕਟ ਕੀ ਨੇ, ਲਾ ਕੀ ਹੈ, ਉਹਦਾ ਫਾਇਦਾ ਜਾਂ ਨੁਕਸਾਨ ਹੈ, ਇਸ ਵੇਲੇ ਨੂੰ ਡਿਸਕਸ਼ਨ ਕਰਦਾ ਕੋਈ ਮਤਾ ਨਹੀਂ। ਪੈਸੇ ਜਿਹੜੇ ਆਉਂਦੇ ਆ ਉਹ ਦੁਬਈ ਵਾਲੇ ਨੇ ਇੱਕ ਬਿਆਨ ਦੇ ਦਿੱਤਾ ਕਿ 5 ਸਾਲ ਅਗਰ ਕਰ ਦਈਏ ਤਾਂ ਫਾਈਨੈਂਸ ਕਰ ਸਕਦੇ ਆ। ਸੋ ਇੰਨੀ ਸਪੋਰਟ ਪਿੱਛੇ ਬੈਠੀ ਆ ਔਰ ਇਹ ਉੱਤੇ ਯੈਸ ਜਾਂ ਨੋ ਤੇ ਅੜੇ ਹੋਏ। ਉੱਥੇ ਇਹਨਾਂ ਐਕਟਾਂ ਨੂੰ ਦੁਬਾਰਾ ਰਿਵਾਈਜ਼ ਕਰਨ ਲਈ ਉੱਥੇ ਭੇਜਣ, ਫਾਰਮਰਸ ਦੇ ਜੋ ਆਬਜੈਕਸ਼ਨ ਲਏ ਉਹਦੇ ਵਿੱਚ ਪਾਏ ਜਾਣ ਹੈ। ਫਾਰਮਰ ਜਿਹੜੇ ਆਪਣੇ ਐਮਪੀਜ਼ ਨੂੰ ਐਜੂਕੇਟ ਕਰਨ ਵੀ ਆਹ ਇਹ 'ਚ ਨੁਕਸ ਹੈਗਾ ਔਰ ਆਹ ਸਾਨੂੰ ਇਹਦੇ ਅਲਟਰਨੇਟ ਚਾਹੀਦਾ। ਭਰਮੀ ਬਹਿਸ ਹੋਵੇ, ਭਾਵੇਂ 15 ਲੱਗ ਜਾਣ, 20 ਲੱਗ ਜਾਣ, ਹਰ ਐਮਪੀ ਨੂੰ ਜਿਹੜੀ ਆ ਮੌਕਾ ਦਿੱਤਾ ਜਾਵੇ ਆਪਣਾ, ਉਸ ਤੋਂ ਬਾਅਦ ਫੈਸਲਾ ਕਰੇ। ਇਸ ਲਈ ਗੱਡੀਆਂ ਬੰਦ ਹੋਣ ਦੇ ਨਾਲ 50-60 ਹਜ਼ਾਰ ਕਰੋੜ ਦਾ ਇੰਡਸਟਰੀ ਦਾ ਨੁਕਸਾਨ ਹੋ ਗਿਆ। ਦਾਣੇ ਨਹੀਂ ਕਲੀਅਰ ਹੋਏ ਇੱਥੋਂ ਜਿਹੜੇ ਸਟੋਰ ਲੱਗੇ ਆ, ਨਵੀਂ ਕਣਕ ਆਉਣ ਵਾਲੀ ਹੈ। ਫਰਟੀਲਾਈਜ਼ਰ ਪੂਰਾ ਨਹੀਂ ਪਿਆ ਕਰਨ ਦੇ ਵਿੱਚ, ਫਾਰਮਰ ਵੀ ਸਫਰ ਕੀਤੀ ਹੈ ਸਾਰੀ ਕੋਲ। ਇਹ ਇਕੋਨਮੀ ਨੂੰ ਚਲਦੀ ਕਰਨ ਵਾਸਤੇ ਜੇ ਗੌਰਮੈਂਟ ਨੂੰ ਪਿੱਛੇ ਹਟਣਾ ਪੈਂਦਾ ਹਟ ਜਾਏ। ਡੈਮੋਕ੍ਰੇਸੀ ਹੈ ਭਾਈ, ਡਿਮਾਂਡ ਹੈ ਉਹਨਾਂ ਦੀ। ਸਰ ਇੰਨੀ ਤੁਹਾਡੀ ਉਮਰ ਹੋ ਚੁੱਕੀ ਹੈ, ਇੰਨਾ ਤੁਹਾਨੂੰ ਤਜਰਬਾ ਹੈ, ਕਦੀ ਆਪਣੀ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਤੁਸੀਂ ਅੰਦੋਲਨ ਦੇਖਿਆ ਜਿਹੜਾ ਦਿੱਲੀ ਨੂੰ ਘੇਰ ਕੇ ਹੀ ਬੈਠ ਕੇ ਹੁਣ ਤੇ ਉੱਥੇ ਹੀ ਆਪਣਾ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਬੈਠ ਕੇ ਹੁਣ ਆਪਣੇ ਬੱਚਿਆਂ ਨੂੰ ਲੈ ਕੇ? ਮੈਂ ਫਾਰਮਰ ਦੇ ਹਿੱਤ ਦੀ ਗੱਲ ਕਰਨੀ ਆ। ਹੋ ਸਕਦਾ ਮੇਰੀ ਓਪੀਨੀਅਨ ਡਿਫਰੈਂਟ ਹੋਵੇ। ਬਿੱਲ ਜਿਹੜੇ ਐਕਟ ਚੰਗੇ ਆ ਜਾਂ ਮਾੜੇ ਆ ਉਹ ਇਸ ਵੇਲੇ ਵਕਤ ਨਹੀਂ ਹੈ, ਕਿਉਂਕਿ ਫਾਰਮਰਸ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਨੇ ਉਹ ਅੜੀਆਂ ਹੋਈਆਂ ਯੈਸ ਜਾਂ ਨੋ। ਉਹਦਾ ਕਾਰਨ, ਸਭ ਤੋਂ ਵੱਡਾ ਕਾਰਨ ਇਹ ਆ ਕਿ ਸੈਂਟਰ ਗੌਰਮੈਂਟ 'ਤੇ ਜਾਂ ਮੋਦੀ ਸਾਹਿਬ ਦੀ ਗੌਰਮੈਂਟ ਦੇ ਉੱਤੇ ਫਾਰਮਰਸ ਨੂੰ ਅਤਬਾਰ ਨਹੀਂ ਹੈ। 50 ਏਕੜ ਵੀ ਵਾਹੁੰਦਾ, ਕੋਈ ਠੇਕੇ ਲੈ ਕੇ 2-2 ਹਜ਼ਾਰ ਦੇ ਏਕੜ ਦੇ ਵਿੱਚ ਆਲੂ ਵੀ ਬੀਜਦਾ। ਫਾਰਮਰ ਇੱਕ ਗਰੁੱਪ ਨਹੀਂ ਹੈ। ਜਿਹੜੇ ਥੱਲੇ ਸਫਰ ਫਾਰਮਰ ਉਹਨਾਂ ਵਾਸਤੇ ਕੀ ਹੈ ਸੀ, ਇਹ ਲਈ ਇੱਕ ਪਾਲਿਸੀ ਚਾਹੀਦੀ ਹੈ। ਉਹ ਪਾਲਿਸੀ ਹੁਣ ਚਾਹੇ ਕਿਸੇ ਨੂੰ ਕੰਸਲਟ ਕਰਨ ਜੋ ਕਰਨ, ਇਹਨਾਂ 31 ਦਾ ਇੱਕ ਹੋ ਕੇ ਜ਼ਿੰਮੇਵਾਰੀ ਬਣਦੀ ਆ ਕਿ ਇਹਨਾਂ ਐਕਟਾਂ ਨੂੰ ਤੋਂ ਜਿਹੜਾ ਆਲਟਰਨੇਟਿਵ ਉਹ ਕੀ ਦਿੰਦੇ ਆ। ਔਰ ਕਿਉਂਕਿ ਮੋਦੀ ਸਾਹਿਬ ਜਿਹੜੇ ਨੇ ਬਹੁਤ ਕਾਰਪੋਰੇਟ ਦੇ ਨੇੜੇ ਨੇ ਹੈ, ਉਹ ਕਾਰਪੋਰੇਸ਼ਨ ਲਿਆਉਣਾ ਚਾਹੁੰਦੇ ਆ। ਫਾਰਮਰ ਦੇ ਦਿਮਾਗ 'ਚ ਇਹ ਹੈਗੀ ਆ, ਡਾਊਟ ਹੈ ਕਿ ਇਹਨਾਂ ਸਭ ਕੁਝ ਫਾਰਮਰ ਨੂੰ ਹੈਂਡਓਵਰ ਕਰਨਾ ਔਰ ਫਾਰਮਰ ਮਾਰਿਆ ਜਾਊਗਾ। ਉੱਘੇ ਅਰਥ ਸ਼ਾਸਤਰੀਆਂ ਦੇ ਵਿੱਚ ਇੱਕ ਵੱਡਾ ਨਾਮ ਡਾਕਟਰ ਸਰਦਾਰਾ ਸਿੰਘ ਜੌਹਲ, ਪੰਜਾਬ ਨੂੰ ਜਿਨ੍ਹਾਂ 'ਤੇ ਮਾਣ ਹੈ, ਪੰਜਾਬ ਦੇ ਲਈ ਕਾਫੀ ਕੰਮ ਵੀ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹਿ ਚੁੱਕੇ ਨੇ, ਸੈਂਟਰਲ ਯੂਨੀਵਰਸਿਟੀ ਦੇ ਚਾਂਸਲਰ ਹੈਗੇ ਨੇ। ਉੱਘੇ ਅਰਥ ਸ਼ਾਸਤਰੀ ਨੇ। ਖੇਤੀ ਬਿੱਲਾਂ ਨੂੰ ਲੈ ਕੇ ਲਗਾਤਾਰ ਕਾਫੀ ਜਿਹੜੇ ਵਿਰੋਧ ਹੋ ਰਹੇ ਨੇ, ਕਿਸਾਨ ਧਰਨਿਆਂ 'ਤੇ ਬੈਠੇ ਨੇ। ਸਭ ਤੋਂ ਪਹਿਲੀ ਵਾਰ ਕੈਮਰੇ ਮੂਹਰੇ ਤੁਹਾਡੇ ਸਾਹਮਣੇ ਡਾਕਟਰ ਸਰਦਾਰਾ ਸਿੰਘ ਜੌਹਲ ਨੂੰ ਲਿਆਉਣ ਲੱਗੇ ਕਿ ਇਹਨਾਂ ਦੀ ਖੇਤੀ ਬਿੱਲਾਂ ਬਾਰੇ ਕੀ ਰਾਏ ਹੈ, ਜਿਹੜੇ ਹੁਣ ਕਾਨੂੰਨ ਬਣ ਚੁੱਕੇ ਨੇ ਅਤੇ ਜਿਸ ਦੇ ਵਿਰੋਧ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਦਿੱਲੀ ਧਰਨੇ 'ਤੇ ਬੈਠੇ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੌਹਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਜੀ ਆਇਆਂ ਨੂੰ। ਸਰ ਖੇਤੀ ਕਾਨੂੰਨਾਂ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ? ਉੱਘੇ ਅਰਥ ਸ਼ਾਸਤਰੀ ਹੋ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹਿ ਚੁੱਕੇ ਹੋ, ਤੁਹਾਡੇ ਤੋਂ ਵੱਧ ਕੋਈ ਨਹੀਂ ਇਹਨਾਂ ਕਾਨੂੰਨਾਂ ਨੂੰ ਸਮਝ ਸਕਦਾ ਜਿਹੜੇ ਕਾਨੂੰਨਾਂ ਦੇ ਕਰਕੇ ਹੁਣ ਕਿਸਾਨ ਧਰਨੇ 'ਤੇ ਬੈਠੇ ਨੇ। ਕੀ ਰਾਏ ਕੀ ਹੈ ਤੁਹਾਡੀ ਇਸ 'ਤੇ? ਗੱਲ ਹੈ ਹੁਣ ਆਹ ਜਿਹੜਾ ਟਾਈਮ ਹੈ ਨਾ, ਇਹ ਆਰਗੂਮੈਂਟ ਕਰਨ ਦਾ ਨਹੀਂ ਹੈ। ਬਿੱਲ ਜਿਹੜੇ ਐਕਟ ਚੰਗੇ ਆ ਜਾਂ ਮਾੜੇ ਆ ਉਹ ਇਸ ਵੇਲੇ ਵਕਤ ਨਹੀਂ ਹੈ, ਕਿਉਂਕਿ ਫਾਰਮਰਸ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਨੇ ਉਹ ਅੜੀਆਂ ਹੋਈਆਂ ਯੈਸ ਜਾਂ ਨੋ। ਉਹਦਾ ਕਾਰਨ, ਸਭ ਤੋਂ ਵੱਡਾ ਕਾਰਨ ਇਹ ਆ ਕਿ ਸੈਂਟਰ ਗੌਰਮੈਂਟ 'ਤੇ ਜਾਂ ਮੋਦੀ ਸਾਹਿਬ ਦੀ ਗੌਰਮੈਂਟ ਦੇ ਉੱਤੇ ਫਾਰਮਰਸ ਨੂੰ ਅਤਬਾਰ ਨਹੀਂ ਹੈ। ਟਰਸਟ ਡਿਫਿਸਿਟ ਜਿਹਨੇ ਕਹਿੰਦੇ ਉਹ ਹੋਇਆ। ਯਾਨੀ ਨੀਤੀ ਜੋ ਮਰਜ਼ੀ ਹੋਵੇ, ਲੇਕਿਨ ਨੀਤ 'ਤੇ ਅਤਬਾਰ ਨਹੀਂ ਫਾਰਮਰਸ ਨੂੰ। ਸੋ ਇਸ ਵੇਲੇ ਉਹ ਬਿੱਲਾਂ ਨੂੰ ਕਹਿਣਾ ਵੀ ਇਹ ਜਿਹੜਾ ਐਕਟ ਨੂੰ ਕਹਿਣਾ ਲਾ ਨੂੰ ਵੀ ਇਹ ਚੰਗੇ ਆ ਜਾਂ ਮਾੜੇ ਆ, ਇਹ ਕੋਈ ਵੀ ਰਾਏ ਹੋ ਸਕਦੀ ਹੈ। ਕੋਈ ਚੰਗਾ, ਮੈਂ ਇਸ ਬਾਰੇ ਆਪਣੀ ਬੜੀ ਪਹਿਲਾਂ ਖੁੱਲ੍ਹ ਕੇ ਆਪਣੀ ਰਾਏ ਦੇ ਚੁੱਕਾ, ਪਰ ਉਸ ਨੂੰ ਕੋ ਮੁੜ ਕੇ ਰਿਪੀਟ ਕਰਨ ਦਾ ਜਾਂ ਪ੍ਰਪੋਜ਼ ਕਰਨ ਦਾ ਕੋਈ ਆਈਡੀਆ ਨਹੀਂ ਬਣਦਾ, ਕਿਉਂਕਿ ਫਿਰ ਐਂ ਲੱਗੇਗਾ ਮੈਂ ਉਹਨੂੰ ਪੁਸ਼ ਕਰ ਰਿਹਾ। ਮੈਂ ਆਪਣੀ ਪ੍ਰੋਫੈਸ਼ਨਲ ਰਾਏ ਦੇ ਚੁੱਕਾ, ਉਹ ਮੈਂ ਉੱਤੇ ਬਦੂਗਾ ਕੁਛ ਨਹੀਂ ਕਹਿਣਾ। ਲੇਕਿਨ ਸਵਾਲ ਤਾਂ ਅੱਜ ਦਾ ਆਇਆ ਇਹ ਕਿ ਅੱਜ ਹੁਣ ਜਿਹੜੀ ਸਿਚੁਏਸ਼ਨ ਹੈ ਇਹ 'ਚੋਂ ਕਿੱਦਾਂ ਨਿਕਲਿਆ ਜਾਵੇ। ਇਹ ਹੈ ਟਰਸਟ ਡਿਫਿਸਿਟ, ਜਿਹੜਾ ਕਿ ਨੀਤ 'ਤੇ ਐਤਬਾਰ ਨਹੀਂ ਹੈ। ਉਹਦਾ ਰੀਜ਼ਨ ਇਹ ਮੈਂ ਬਹੁਤ ਵਾਰੀ ਲਿਖ ਵੀ ਚੁੱਕਾ, ਜਿਹਦੇ ਨਾਲ ਮੈਂ ਜੋ ਪ੍ਰੋਸੈਸ ਉਹਦੇ ਨਾਲ ਮੈਂ ਸਹਿਮਤ ਨਹੀਂ ਹਾਂ। ਪਹਿਲੀ ਗੱਲ ਤਾਂ ਇਹ
ਜਿਹੜੀ ਆਵੇ ਤੇ ਕਿਉਂ ਨੀਤੀ ਤੇ ਨੀਤ ਤੇ ਇਤਬਾਰ ਨਹੀਂ ਹੈ। ਪਹਿਲੀ ਗੱਲ ਤਾਂ ਕਿ ਆਰਡੀਨੈਂਸ ਪੇਸ਼ ਕੀਤੇ, ਆਰਡੀਨੈਂਸ ਦੀ ਲੋੜ ਨਹੀਂ ਸੀ। ਚਲੋ ਆਰਡੀਨੈਂਸ ਕਰਤੇ ਇਹਨਾਂ ਨੇ, ਕੋਈ ਹਰੀਓ ਵਿੱਚ ਕਰਨਾ, ਛੇਤੀ ਕਰਨਾ। ਫਿਰ ਆਰਡੀਨੈਂਸ ਔਰ ਬਿੱਲਾਂ ਦੇ ਬਿੱਲ ਪੇਸ਼ ਕਰਨ ਦੇ ਬਾਅਦ 6 ਮਹੀਨੇ ਹੁੰਦੇ ਆ। ਉਹ 6 ਮਹੀਨੇ ਇਹਨਾਂ ਨੇ ਬਿਲਕੁਲ ਕਿਸੇ ਕੰਸਲਟ ਨਹੀਂ ਕੀਤਾ। ਉਹ ਵੀ 3 ਮਹੀਨਿਆਂ ਬਾਅਦ ਇਹਨੇ ਬਿੱਲ ਪੇਸ਼ ਕਰਤੇ। ਚਾਹੀਦਾ ਤਾਂ ਇਹ ਸੀ ਕਿ ਉਹਨੂੰ ਜਿਹੜੇ ਬਿੱਲ ਸੀਗੇ ਉਹਨਾਂ ਨੂੰ ਪਬਲਿਕ ਡੋਮੇਨ 'ਤੇ ਪਾਉਂਦੇ, ਪਬਲਿਕ ਤੋਂ ਰਾਏ ਲੈਂਦੇ, ਫਾਰਮਰ ਤੋਂ ਰਾਏ ਲੈਂਦੇ, ਉਹਨਾਂ ਨਾਲ ਕੰਸਲਟ ਕਰਦੇ, ਮੀਟਿੰਗਾਂ ਕਰਦੇ। ਉਹਨੇ ਨਹੀਂ ਕੀਤੀਆਂ। ਇਹਨਾਂ ਨੂੰ ਕਿਸੇ ਨੂੰ ਕੌਨਫੀਡੈਂਸ 'ਚ ਨਹੀਂ ਲਿਆ। ਫਿਰ ਉਹ ਜੇ ਬਿੱਲ ਪਾਸ ਪੇਸ਼ ਹੀ ਕਰ ਦਿੱਤੇ ਸੀ, ਫਿਰ ਡਿਸਕਸ਼ਨ ਦਾ ਮੌਕਾ ਨਹੀਂ ਦਿੱਤਾ। ਜਿਹੜੇ ਕੁਐਸਚਨ ਆਵਰ ਜਿਹੜੇ ਉਹ ਬੰਦ ਕਰਤੇ, ਡਿਸਕਸ਼ਨ ਹੋਈ ਨਹੀਂ ਜਾਂ ਹੋਣ ਨਹੀਂ ਦਿੱਤੀ। ਫਿਰ ਆਪੋਜੀਸ਼ਨ ਨੇ ਸਿਲੈਕਟ ਕਮੇਟੀ ਡਿਮਾਂਡ ਕੀਤੀ ਅਤੇ ਉਹ ਸਿਲੈਕਟ ਕਮੇਟੀ ਵੀ ਇਹਨਾਂ ਨੇ ਨਹੀਂ ਦਿੱਤੀ। ਯਾਨੀ ਉਹਦਾ ਸਟੀਮ ਰੋਲਿੰਗ ਕਰਕੇ ਇੱਕ ਬਿੱਲ ਪਾਸ ਕਰ ਲਿਆ, ਜਿਹਨਾਂ ਟੋਟਲ ਆਪੋਜੀਸ਼ਨ ਜਿਹੜੀ ਆ ਉਹ ਸਹਿਮਤ ਨਹੀਂ ਹੋ ਸਕੀ। ਨਾ ਇਹ ਫਾਰਮਰਸ ਨੂੰ, ਨਾ ਕਿਸੇ ਹੋਰ ਨੂੰ, ਨਾ ਆਪੋਜੀਸ਼ਨ ਨੂੰ ਕੌਨਫੀਡੈਂਸ ਲੈ ਕੇ ਪੂਰਾ ਡਿਸਕਸ਼ਨ ਨਹੀਂ ਹੋਣ ਦਿੱਤੀ। ਸੋ ਉੱਥੋਂ ਜਿਹੜੀ ਇਹ ਦਿਖਦੀ ਹੈ ਵੀ ਨੀਤ ਜਿਹੜੀ ਆ ਉਹ ਠੀਕ ਨਹੀਂ। ਔਰ ਫਿਰ ਰਾਜ ਸਭਾ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਆਫ ਰਾਜ ਸਭਾ ਦਾ ਉਹ ਬਦਲ ਦਿੱਤਾ। ਸ਼ੱਕ ਹੋ ਵੀ ਸ਼ਾਇਦ ਉਹ ਸ਼ੁਰੂ ਕਰੇ। ਉੱਥੇ ਵੀ ਧੱਕਾ ਕੀਤਾ ਕਿਸਮ ਦਾ। ਫਿਰ ਪ੍ਰੈਜ਼ੀਡੈਂਟ ਤੋਂ ਇੱਕ ਦਿਨ ਜਾ ਕੇ ਸਾਈਨ ਕਰਾ ਲਏ। ਹੁਣ ਇਹ ਜਿਹੜੀ ਹਰੀ ਆ ਹਾਸ਼ਸ਼ ਕਰਕੇ ਫਟਾਫਟ ਜਿਹੜਾ ਸ਼ੁਰੂ ਕਰਤਾ, ਇਹਦੇ ਨਾਲ ਜਿਹੜਾ ਹੈ ਨਾ ਫਾਰਮਰ ਨੂੰ ਨੀਤ 'ਤੇ ਸ਼ੱਕ ਪੈ ਗਿਆ ਵੀ ਇਹ ਕੋਈ ਹੁੰਦਾ ਵੀ ਮੋਦੀ ਸਾਹਿਬ ਜਿਹੜੇ ਨੇ ਉਹ ਕਾਰਪੋਰੇਟਸ ਨਾਲ ਰਲੇ ਹੋਏ ਆ ਅਤੇ ਕਾਰਪੋਰੇਟਸ ਨੂੰ ਫਾਇਦਾ ਦੇਣ ਲਈ ਕਰੇ ਜਾਂ ਕੀਤਾ ਜਾਂ ਨਹੀਂ ਕੀਤਾ ਉਹ ਡਿਫਰੈਂਟ ਚੀਜ਼ ਹੈ। ਬਿੱਲ ਕੀ ਨੇ, ਐਕਟ ਕੀ ਨੇ, ਲਾ ਕੀ ਹੈ, ਉਹਦਾ ਫਾਇਦਾ ਜਾਂ ਨੁਕਸਾਨ ਹੈ, ਇਸ ਵੇਲੇ ਨੂੰ ਡਿਸਕਸ਼ਨ ਕਰਦਾ ਕੋਈ ਮਤਾ ਨਹੀਂ। ਫਾਰਮਰਸ ਦੀਆਂ 31-32 ਜਿਹੜੀਆਂ ਯੂਨੀਅਨ ਉਹ ਇਕੱਠੀਆਂ ਹੋਈਆਂ। ਕਾਂਗਰਸ ਔਰ ਅਕਾਲੀ ਜਿਹੜੇ ਆ ਉਹ ਉਹਨਾਂ ਨੂੰ ਸਪੋਰਟ ਕਰ ਰਿਹਾ ਆਪਣੀ ਵੋਟ ਬੈਂਕ ਵਾਸਤੇ। ਹੁਣ ਦੇਖੋ 206 ਦੇ ਵਿੱਚ ਕਾਂਗਰਸ ਨੇ ਇਹ ਮੰਡੀਆਂ ਅਲਾਓ ਕੀਤੀਆਂ ਸੀ ਪ੍ਰਾਈਵੇਟ। ਹੁਣ ਇਹ ਤਿੰਨੇ ਐਕਟਾਂ ਨੂੰ ਅਪੀਲ ਕਰਕੇ ਖਾਰਜ ਕਰਕੇ ਇਹਨਾਂ ਜਿਹੜਾ ਨਵੀਂ ਆਪਣੀ ਬਣਾਇਆ ਉਹਦੇ ਵਿੱਚੋਂ ਵੀ ਪ੍ਰਾਈਵੇਟ ਮਾਰਕੀਟ ਕੱਢੀ ਨਹੀਂ, ਉਹ 'ਚ ਵੀ ਪਾਵਰ ਪਲੇ ਕਰ ਸਕਦੇ ਆ। ਸਿਰਫ ਫਰਕ ਇਹਨਾਂ ਕਿਹਾ ਕਿ ਵੀ ਇਹਨੂੰ ਅਸੀਂ ਫੀਸ ਲੱਗੂਗੀ ਹੈ। ਪਹਿਲੇ ਐਕਟ ਦੇ ਵਿੱਚ ਸੀਗਾ ਕਿ ਜਿਹੜਾ ਵੀ ਕੋਈ ਪ੍ਰਾਈਵੇਟ ਐਂਟਰ ਹੁੰਦਾ ਸੀ ਉਹਨੂੰ ਮਾਰਕੀਟ ਯਾਰਡ ਡਿਕਲੇਅਰ ਕਰਦੇ ਸੀ, ਉਹ ਫੀਸ ਦਿੰਦਾ ਸੀ। ਯਾਨੀ ਇਹ ਜ਼ਬਾਨ ਬਦਲੀ ਆ ਲੇਕਿਨ ਇਹਦੇ ਵਿੱਚ ਕੋਈ ਚੇਂਜ ਨਹੀਂ ਆਈ। ਹੁਣ ਵੀ ਪ੍ਰਾਈਵੇਟ ਪਲੇ ਕਰ ਸਕਦੇ ਆ, ਸਿਰਫ ਗੌਰਮੈਂਟ ਨੂੰ ਫੀਸ ਦੇਣੀ ਪਊ। ਉਦੋਂ ਵੀ ਪ੍ਰਾਈਵੇਟ ਪਲੇ ਕਰ ਸਕਦੇ ਆ ਜੀ। ਔਰ ਉਹਦੇ ਵਿੱਚ ਮਾਰਕੀਟ ਯਾਰਡ ਡਿਕਲੇਅਰ ਕਰਤਾ ਉਹ ਫੀਸ ਦੇਣੀ ਪੜੀ। ਕੋਈ ਫਰਕ ਨਹੀਂ ਇਹਦੇ ਵਿੱਚ। ਸਿਰਫ ਇੱਕ ਆਈ ਵਾਸ਼ ਕਰਤਾ ਵੀ ਅਸੀਂ ਉਹ ਐਕਟ ਜਿਹੜੇ ਕਰਤੇ, ਆਪਣਾ ਐਕਟ ਵੀ ਡਿਲ ਕਰਤਾ, ਦੂਸਰਾ ਵੀ ਕਰਤਾ। ਕੰਟਰੈਕਟ ਐਕਟ ਨੂੰ ਉਹਨਾਂ ਨੇ ਜ਼ਰੂਰ ਕੀਤਾ, ਐਕਟ ਜ਼ਰੂਰ ਕੀਤਾ ਅਤੇ ਲੇਕਿਨ ਉਹ ਆਪਣੀ ਫੀਸ ਨਹੀਂ ਛੱਡੀ। ਜਿਹੜਾ ਹੈਗਾ ਸੈਂਟਰ ਗੌਰਮੈਂਟ 'ਤੇ ਬੇਤਵਾਰੀ ਇਹ ਆ। ਅਤੇ ਸਾਡੀ ਪੰਜਾਬ ਗੌਰਮੈਂਟ ਹੈ, ਇਹਨਾਂ ਦੀ ਹਾਲਤ ਇਹ ਹੈ ਕਿ ਪਹਿਲਾਂ ਅਕਾਲੀ ਨੇ ਆਪਣੇ ਲਾਸਟ ਈਅਰ ਦੇ ਵਿੱਚ 3 ਸਾਲਾਂ ਦੀ ਜਿਹੜੀ ਅਗਾਊਂ ਮੰਡੀਆਂ 'ਚੋਂ ਟਰੈਕਟਰ ਰੱਖ ਕੇ ਉੱਤੇ ਕੇਸ ਕਰਜ਼ਾ ਲੈ ਲਿਆ। ਇਹਦਾ ਮਤਲਬ 2 ਸਾਲ ਇਸ ਗੌਰਮੈਂਟ ਦੇ ਵੀ ਖਾ ਲਿਆ। ਉਹ ਖਤਮ ਹੋਇਆ। ਹੁਣ ਇਸ ਗੌਰਮੈਂਟ ਨੇ ਅੱਗੇ 3 ਸਾਲ ਦੀ ਜਿਹੜੀ ਮੰਡੀ ਦੀ ਫੀਸ ਆਉਣੀ ਆ ਉਸ ਇਨਕਮ 'ਤੇ ਅਗੇਂਸਟ ਕਰਜ਼ਾ ਲੈ ਲਿਆ। ਹੁਣ ਇਹ ਜਿਹੜੀ ਫੀਸ ਹੈ ਇਹ ਕਿਸੇ ਬਜਟ ਵਿੱਚ ਪਾਸ ਨਹੀਂ ਹੁੰਦੀ। ਇਹ ਚੇਅਰਮੈਨ ਮੰਡੀ ਬੋਰਡ ਔਰ ਉੱਤੇ ਡਿਪੈਂਡ ਕਰਦਾ ਚੀਫ ਮਿਨਿਸਟਰ 'ਤੇ, ਉਹਨੂੰ ਕਿਤੇ ਵੀ ਯੂਜ਼ ਕਰ। ਹੁਣ ਜਿਹੜਾ ਕਰਜ਼ਾ ਲਿਆ ਕਰ ਰਿਹਾ ਕੋਈ ਫਿਕਰ ਤਾਂ ਹੋਗਾ ਵੀ ਅਗਰ ਫੀਸ ਬੰਦ ਹੋ ਗਈ ਤਾਂ ਕਿੱਥੋਂ ਪੂਰੇ ਕਰਾਂਗੇ। ਸੋ ਇਹ ਪੰਜਾਬ ਗੌਰਮੈਂਟ ਨੇ ਤਾਂ ਆਈ ਵਾਸ਼ ਕੀਤਾ ਆਪਣਾ ਜਿਹੜਾ ਕੋਰ ਹੈ, ਗਿਰੀ ਹੈ ਜਿਹੜੀ ਵਿਚਲੀ ਆਪਣੀ ਉਹ 'ਚ ਉਸ ਤਰ੍ਹਾਂ ਰੱਖੀ ਹੈ। ਸੋ ਇਹ ਆਪਣੇ ਵੋਟਾਂ ਵਾਸਤੇ ਫਾਰਮਰ ਦੇ ਪਿਛਲੇ ਫਾਰਮਰ ਨੂੰ ਨੇੜੇ ਨਹੀਂ ਆਉਣ ਦਿੰਦੇ। ਅਕਾਲੀਆਂ ਤੋਂ ਸੁਖਬੀਰ ਸੀਗਾ, ਉਹਨੇ ਪਹਿਲਾਂ ਸਪੋਰਟ ਕੀਤੀ, ਐਗਰੀਕਲਚਰ ਮਿਨਿਸਟਰ ਦਾ ਫਲੈਸ਼ ਕਰਦਾ ਰਿਹਾ ਹੈ। ਅਤੇ ਹੁਣ ਜਦ ਆਪਣਾ ਦੇਖਿਆ ਵੀ ਸਾਡੀ ਜਿਹੜੀ ਪੋਲੀਟਿਕਸ ਨੁਕਸਾਨ ਹੁੰਦਾ, ਵੋਟ ਖਿਸਕਦੀ ਆ, ਉਹ ਪਲਟਾ ਮਾਰ ਗਿਆ। ਯਾਨੀ ਕੋਈ ਆਈਡੀਆਲੋਜੀ ਨਹੀਂ, ਕੋਈ ਇਹਦਾ ਮਤਲਬ ਧਰਮ ਮਾਨ ਨਹੀਂ ਇਸ ਮਾਮਲੇ ਦੇ ਵਿੱਚ, ਸਿਰਫ ਵੋਟ ਚਾਹੀਦੇ ਆ। ਇਹ ਮਗਰ ਤੁਰੇ ਫਿਰਦੇ ਫਾਰਮਰ ਦੇ ਨੇੜੇ ਨਹੀਂ ਆਉਂਦੇ, ਉਹ ਸਟੇਜ 'ਤੇ ਵੀ ਨਹੀਂ ਬੋਲਣ ਦਿੰਦੇ। ਫਾਰਮਰ ਦੀਆਂ 31 ਆਰਗਨਾਈਜੇਸ਼ਨ ਇਕੱਠੀਆਂ ਹੋਈਆਂ ਨੇ,
ਪਹਿਲੇ ਟਾਈਮ ਦੇ ਉੱਤੇ ਆਈ ਐਮ ਵੈਰੀ ਹੈਪੀ ਕਿ ਚਲੋ ਕੋਈ ਵੀ ਮੁੱਦਾ ਹੋਵੇ ਉਹ 'ਤੇ ਕਮ ਸੇ ਕਮ 31 ਇਕੱਠੀਆਂ ਤਾਂ ਹੋਈਆਂ ਨਾ। ਅਦਰਵਾਈਜ਼ ਇਹ ਨਿੱਕੀ ਨਿੱਕੀ 1.5 गिरद ਦੀ ਮਸੀਤ ਖੜੀ ਕਰਕੇ ਬੈਠੇ ਸੀ ਤਾਂ ਕੋਈ ਅਸਰ ਨਹੀਂ ਸੀ ਹੁੰਦਾ। ਪਰ ਹੁਣ ਮੈਂ ਦੇਖਣਾ ਇਹ ਆ ਵੀ ਕੀ ਇਸ ਤੋਂ ਬਾਅਦ ਵੀ ਇਕੱਠੇ ਰਹਿਣਗੇ ਕਿ ਨਹੀਂ ਰਹਿਣਗੇ। ਦੈਟ ਇਹ ਬੜਾ ਜਾਣੀ ਬਿਗ ਸਵਾਲ ਹੈ। ਜੇ ਤਾਂ ਇਕੱਠੇ ਰਹਿ ਗਏ ਫਿਰ ਤਾਂ ਕੁਛ ਲੈ ਲੈਣਗੇ, ਜੇ ਫਿਰ ਵੀ ਆਪਣੀ ਆਪਣੀ ਲੀਡਰ ਚੁਣ ਲਏ ਤਾਂ ਫਿਰ ਇਹ ਇਕੱਠੇ ਹੋਏ ਨਾ ਕੋਈ ਫਰਕ ਨਹੀਂ ਪੈਣਾ। ਹੁਣ ਜਿਹੜਾ ਸਵਾਲ ਹੈ ਇਸ ਵੇਲੇ ਤਾਂ ਕੀਤਾ ਕੀ ਜਾਏ। ਦੇਖੋ ਇੱਕ ਚੀਜ਼ ਦੇਖਣ ਵਾਲੀ ਆ ਕਿ ਇਹ ਹੁਣ ਇੱਕ ਮੂਵਮੈਂਟ ਬਣ ਗਈ ਹੈ। ਇਸ ਵੇਲੇ ਕੋਈ ਆਈਡੀਆ ਨਹੀਂ ਐਕਸਪਲੇਨ ਕਰਦਾ ਵੀ ਇਹ ਚੰਗੇ ਆ ਜਾਂ ਮਾੜੇ ਆ। ਮੂਵਮੈਂਟ ਬਣ ਗਈ ਆ ਜਿੱਥੇ ਵਿੱਚ ਹਰ ਵਰਗ ਦੇ ਆਦਮੀ ਜਿਹੜੇ ਉਹਨਾਂ 'ਚ ਕਰ ਰਹੇ ਨੇ। ਆੜਤੀ ਆ ਗਿਆ, ਉਹਨਾਂ ਦਾ ਆਪਣਾ ਇੰਟਰਸਟ ਹੈ ਕਿ ਮੰਡੀਆਂ ਨਾ ਕਿਤੇ ਖਤਮ ਹੋ ਜਾਣ, ਆੜਤੀਏ ਨਾਲ ਰਲੇ ਹੋਏ ਆ। ਫਿਰ ਗਵਈਆਂ ਨੇ ਆਪਣਾ ਸਟੇਜ ਬਣਾ ਲਈ ਹੈ ਅਤੇ ਹਰ ਕੋਈ ਜਿਹੜਾ ਹੈ ਉਹਦੇ ਮਗਰ ਲੱਗ ਗਿਆ। ਹੁਣ ਇਹ ਜਿਹੜੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਹੈਗੇ ਆ, ਇਹਨਾਂ ਪਿੱਛੇ ਇੰਨੀ ਸਪੋਰਟ ਹੈ ਫਿਜ਼ੀਕਲ ਇਕੱਠੇ ਹੋ ਕੇ ਔਰ ਫਾਈਨੈਂਸ਼ੀਅਲ, ਕਿਉਂਕਿ ਲੋਕ ਲੰਗਰ ਲਈ ਜਾਂਦੇ ਆ, ਅੱਛੇ ਦਿੰਦੇ ਜਾਂਦੇ ਆ। ਅੱਜ ਟਰੱਕ ਕਿਤਾਬਾਂ ਦਾ ਭੇਜਿਆ ਸੀਗਾ ਸਾਡੇ ਬੰਦਿਆਂ ਨੇ, ਉਹਨਾਂ ਨੇ ਉਹ ਕਿਤਾਬਾਂ ਇਸ਼ੂ ਕਰਿਆ ਆ। ਫਿਰ ਇਹਦੇ ਪੈਸੇ ਜਿਹੜੇ ਆਉਂਦੇ ਆ ਉਹ ਦੁਬਈ ਵਾਲੇ ਨੇ ਬਿਆਨ ਦੇ ਦਿੱਤਾ ਕਿ 5 ਸਾਲ ਅਗਰ ਕਰ ਦਈਏ ਤਾਂ ਫਾਈਨੈਂਸ ਕਰ ਸਕਦੇ ਆ। ਸੋ ਇੰਨੀ ਸਪੋਰਟ ਪਿੱਛੇ ਬੈਠੀ ਆ ਔਰ ਇਹ ਉੱਤੇ ਯੈਸ ਐਂਡ ਨੋ ਤੇ ਅੜੇ ਹੋਏ। ਸੋ ਮੇਰੇ ਦਿਮਾਗ ਦੇ ਵਿੱਚ ਇਹ ਆ ਵੀ ਜਾਂ ਤਾਂ ਇੱਕ ਫਾਈਨਲ ਮੀਟਿੰਗ ਕਰਕੇ ਕੁਛ ਸੈਟ, ਕਿਉਂਕਿ ਹੁਣ ਜਿਹੜੀ ਆ ਰਿਸਪੋਂਸੀਬਿਲਿਟੀ ਫਾਰਮਰਸ ਅਤੇ ਲੀਡਰਾਂ 'ਤੇ ਡਿਪੈਂਡ ਕਰਦੀ ਹੈ। ਇੱਕ ਕਿਸੇ ਨੇ ਉਹਨਾਂ ਨੇ ਇੱਕ ਜਿੱਤ ਕਰ ਲਈ ਆ, ਲੋਕ ਪਿੱਛੇ ਲਾ ਲਿਆ, ਇਹ ਵੀ ਬਹੁਤ ਵੱਡੀ ਜਿੱਤ ਹੈ। ਲੇਕਿਨ ਇਹਨੂੰ ਹੁਣ ਗਾਂਹ ਯੂਜ਼ ਕਿੱਦਾਂ ਕਰਦੇ ਇਹ ਦੇਖਣ ਵਾਲੀ ਗੱਲ ਹੈ। ਹੁਣ ਉਹਦੇ ਸਿਰ 'ਤੇ ਜ਼ਿੰਮੇਵਾਰੀ ਆ ਕਿ ਜੇ ਤੁਹਾਨੂੰ ਇਹ ਐਕਟ ਮਨਜ਼ੂਰ ਨਹੀਂ ਤਾਂ ਕੀ ਆਲਟਰਨੇਟ ਕੀ ਹੋਣਾ ਚਾਹੀਦਾ। ਕੀ ਤੁਹਾਨੂੰ ਆਹੀ ਸਿਸਟਮ ਮਨਜ਼ੂਰ ਹੈ ਜਿਹੜਾ ਚੱਲ ਰਿਹਾ, ਜਿਹਦੇ ਵਿੱਚ ਤੁਸੀਂ ਸੁਸਾਈਡ ਦਿਖਾ ਰਹੇ ਹੋ, ਇਕੱਠੇ ਹੋ ਕੇ ਸੁਸਾਈਡ ਜਿਹੜੇ ਉਹਨਾਂ ਦੀ ਫੋਟੋਆਂ ਲਗਾਈਆਂ। ਹੁਣ ਸਵਾਲ ਤਾਂ ਇੱਥੇ ਪੈਦਾ ਹੁੰਦਾ ਉਹ ਕਿਸ ਸਿਸਟਮ ਦੀ ਦੇਣ ਹੈ। ਵੀ ਨਵਾਂ ਸਿਸਟਮ ਲੱਗਾ ਹੀ ਨਹੀਂ ਹਾਲੇ, ਪੁਰਾਣੇ ਸਿਸਟਮ ਦੀ ਦੇਣ ਹੈ ਉਹ। ਵੀ ਜੇ ਤੁਹਾਨੂੰ ਉਹੀ ਮਨਜ਼ੂਰ ਹੈ ਫਿਰ ਲਹਿਦਾ ਗੱਲ ਹੈ, ਜਾਂ ਤੁਸੀਂ ਉਹਨੂੰ ਆਲਟਰਨੇਟਿਵ ਦਿਓ ਵੀ ਨਹੀਂ ਸਾਨੂੰ ਇਹ ਐਕਟ ਮਨਜ਼ੂਰ ਨਹੀਂ, ਸਾਨੂੰ ਆਹ ਚੀਜ਼ ਚਾਹੀਦੀ ਹੈ। ਇਹ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੈ। ਮਤਲਬ ਸਿਰਫ ਐਕਟ ਨੂੰ ਬੰਦ ਕਰਕੇ ਜੇ ਖਤਮ ਕਰਕੇ ਅਗਰ ਉਸੇ ਤਰ੍ਹਾਂ ਬਹਿ ਜਾਣਾ ਤਾਂ ਕੋਈ ਗੱਲ ਨਹੀਂ ਬਣਦੀ। ਫਿਰ ਤੁਸੀਂ ਉਸ ਜੇਲ੍ਹ 'ਚ ਫਸੇ ਹੋਏ ਆ, ਆਲਟਰਨੇਟਿਵ ਦੱਸੋ। ਜੇ ਉੱਥੇ ਫੈਸਲਾ ਕਹਿੰਦੇ ਨੇ ਕਿ ਆਲਟਰਨੇਟਿਵ ਕੀ ਇਸ ਕਾਨੂੰਨ ਨੂੰ ਰੱਦ ਕਰਕੇ APMC ਦੇ ਤਹਿਤ ਜੋ ਮੰਡੀਆਂ ਚੱਲਦੀਆਂ ਉਵੇਂ ਚੱਲਦੀਆਂ ਰਹੇ ਨੇ, ਪਰ MSP ਨੂੰ ਵਿਧਾਨਕ ਰੂਪ ਦਿੱਤਾ ਜਾਵੇ, ਕਾਨੂੰਨ ਨੂੰ ਰੂਪ ਬਣਾ ਦਿੱਤਾ। ਇਹ ਨਹੀਂ ਗੱਲ ਹੈ, ਇਹ ਨਿਰੀ ਇੰਨੀ ਗੱਲ ਨਹੀਂ ਹੈ। ਅਗਰ ਐਗਰੀਕਲਚਰ ਸੈਕਟਰ ਨੂੰ ਤੁਸੀਂ ਚੱਕਣਾ, ਲੋਕਾਂ ਦੀ ਇਨਕਮ ਵਧਾਉਣੀ, ਕੋਈ ਸਾਈਡ ਖਤਮ ਕਰ ਰਹੇ ਆ, ਕਰਜ਼ੇ ਖਤਮ ਕਰ ਰਹੇ ਆ, ਆਪਣੇ ਪਾਣੀ ਨੂੰ ਬਚਾਉਣਾ, ਇੱਕ ਮਸਲਾ ਨਹੀਂ ਹੈ ਇੱਥੇ। ਜੇ ਫਰਜ਼ ਤਾਂ MSP ਅਸੀਂ ਲੈ ਲਈ ਠੀਕ ਹੈ। ਹੁਣ ਪਾਣੀ ਪੁੱਲ ਕਰਕੇ 80% ਪਾਣੀ ਜਿਹੜਾ ਸਾਡਾ ਪੁੱਲ ਹੁੰਦਾ ਥੱਲਿਓ, ਔਰ ਉਹ ਅਸੀਂ ਦਾਣਿਆਂ ਦੀ ਸ਼ੇਪ 'ਚ ਬੰਨ੍ਹ ਕੇ ਅਸੀਂ ਬਾਹਰ ਭੇਜ ਜਾਂਦੇ ਹਾਂ। ਯਾਨੀ ਜਿਹੜਾ 20 ਮਿਲੀਅਨ ਟਨ ਸਾਡਾ ਫੂਡ ਗ੍ਰੇਨ ਹੈ ਉਹ ਦਾਣੇ ਪਾਣੀ ਹੈ, ਪੈਕ ਕੀਤਾ ਦਾਣਿਆਂ। ਸਾਡੀ ਜਿਹੜੇ ਪਾਣੀ ਥੱਲੇ ਜਾਂਦਾ ਅੱਜ ਨੂੰ 10-12 ਸਾਲ ਤੋਂ ਬੱਚੇ ਨੂੰ ਪਾਣੀ ਨਹੀਂ ਮਿਲਣਾ। ਅਸੀਂ ਫਿਊਚਰ ਜਨਰੇਸ਼ਨ ਦਾ ਖਾ ਰਹੇ ਹਾਂ, ਉਹ ਵੀ ਸਾਨੂੰ ਕੁਛ ਸੋਚ। ਸੋ ਤੁਸੀਂ ਸਵਾਲ ਹੈ ਇਹ ਆਲਟਰਨੇਟਿਵ ਇਹਨਾਂ ਦੇ ਬਿੱਲਾਂ ਦੇ ਇਹਨੂੰ ਖਤਮ ਕਰਨਾ ਐਂਡ ਨਹੀਂ ਹੈ, ਮਗਰ ਉਹ ਹੋਣਾ ਕੀ ਚਾਹੀਦਾ ਉਹ ਦੱਸਣਾ ਚਾਹੀਦਾ। ਐਨਵਾਇਰਨਮੈਂਟ ਲੈ ਲਓ, ਤੁਹਾਡਾ ਪਾਣੀ ਲੈ ਲਓ, ਤੁਹਾਡੀ ਜ਼ਮੀਨ ਲੈ ਲਓ, ਸਾਈਜ਼ਾਂ ਘਟਦੀਆਂ ਜਾਂਦੀਆਂ। ਇਨਕਮ ਤੁਸੀਂ ਫਾਰਮ ਸੈਕਟਰ ਆਪਾਂ ਕਹਿੰਦੇ ਹਾਂ, ਸੈਕਟਰ 'ਚ ਇੱਕ ਕਿਸਮ ਦਾ ਫਾਰਮ ਤਾਂ ਨਹੀਂ ਹੈ। ਫਾਰਮ 'ਚ ਉਹ ਵੀ ਅੱਧਾ ਏਕੜ ਵੀ ਜ਼ਮੀਨ ਹੈ, ਜੇ 1 ਏਕੜ ਵੀ ਨੇ, 2 ਏਕੜ ਵੀ ਨੇ, 3 ਏਕੜ ਵੀ ਨੇ, 50 ਏਕੜ ਵੀ ਬਾਉਂਦਾ। ਕੋਈ ਠੇਕੇ ਲੈ ਕੇ 2-2 ਹਜ਼ਾਰ ਦੇ ਏਕੜ ਦੇ ਵਿੱਚ ਆਲੂ ਵੀ ਬੀਜਦਾ। ਫਾਰਮਰ ਇੱਕ ਗਰੁੱਪ ਨਹੀਂ ਹੈ। ਜਿਹੜੇ ਥੱਲੇ ਸਫਰ ਫਾਰਮਰ ਉਹਨਾਂ ਵਾਸਤੇ ਕੀ ਹੈ ਸੀ, ਇਹ ਲਈ ਇੱਕ ਪਾਲਿਸੀ ਚਾਹੀਦੀ ਹੈ। ਉਹ ਪਾਲਿਸੀ ਹੁਣ ਚਾਹੇ ਕਿਸੇ ਨੂੰ ਕੰਸਲਟ ਕਰਨ ਜੋ ਕਰਨ, ਇਹਨਾਂ 31 ਦਾ ਇੱਕ ਹੋ ਕੇ ਜ਼ਿੰਮੇਵਾਰੀ ਬਣਦੀ ਆ ਕਿ ਇਹਨਾਂ ਐਕਟਾਂ ਨੂੰ ਤੋਂ ਜਿਹੜਾ ਆਲਟਰਨੇਟਿਵ ਉਹ ਕੀ ਦਿੰਦੇ ਆ। ਕੀ ਆਲਟਰਨੇਟਿਵ ਹੋਣਾ ਚਾਹੀਦਾ ਤੁਹਾਡੇ ਹਿਸਾਬ ਦੇ ਨਾਲ, ਉਹ ਕੀ ਹੈ? ਇਹ ਬਹੁਤ ਲੰਮੀ ਗੱਲ ਹੋ ਜਾਏਗੀ। ਮੈਂ ਤਾਂ ਹੁਣ ਜਿਹੜਾ ਤੁਸੀਂ ਮੈਨੂੰ ਜਿਹੜਾ ਸਵਾਲ ਕੀਤਾ ਉਹਦਾ ਜਵਾਬ ਦੇਣਾ। ਪਹਿਲੀ ਚੀਜ਼ ਤਾਂ ਹੈ ਕਿ ਕੁਛ ਨੈਗੋਸ਼ੀਏਟ ਕਰ ਸਕਦੇ ਤਾਂ ਕਰਨ। ਜੇ ਨਹੀਂ ਹੁੰਦੀ ਤਾਂ ਫਿਰ ਮੇਰੀ ਸਜੈਸ਼ਨ ਹੈ ਕਿ ਗੌਰਮੈਂਟ ਨੂੰ ਜੇ ਉਹਨੂੰ ਆਹੀ ਸਿਸਟਮ ਮਨਜ਼ੂਰ ਹੈ, ਇਹ ਨਹੀਂ ਮਨਜ਼ੂਰ ਹੈ, ਤਾਂ ਫਿਰ ਇਹ ਪਾਰਲੀਮੈਂਟ ਜਿਹੜਾ ਸਪੈਸ਼ਲ ਸੈਸ਼ਨ ਕਾਲ ਕਰਨ ਔਰ ਉੱਥੇ ਇਹਨਾਂ ਐਕਟਾਂ ਨੂੰ ਦੁਬਾਰਾ ਰਿਵਾਈਜ਼ ਕਰ ਲਏ, ਉੱਥੇ ਭੇਜਣ। ਫਾਰਮਰਸ ਦੇ ਜੋ ਓਬਜੈਕਸ਼ਨ ਲਏ ਉਹਦੇ ਵਿੱਚ ਪਾਏ ਜਾਣ ਹੈ। ਫਾਰਮਰ ਜਿਹੜੇ ਆਪਣੇ MPs ਨੂੰ ਐਜੂਕੇਟ ਕਰਨ ਵੀ ਆਹ ਇਹ 'ਚ ਨੁਕਸ ਹੈਗਾ ਔਰ ਆਹ ਸਾਨੂੰ ਇਹਦੇ ਆਲਟਰਨੇਟ ਚਾਹੀਦਾ।
ਭਰਮੀ ਬਹਿਸ ਹੋਵੇ, ਭਾਵੇਂ 15 ਲੱਗ ਜਾਣ 20 ਦਿਨ ਲੱਗ ਜਾਣ, ਹਰ MP ਨੂੰ ਜਿਹੜੀ ਆ ਮੌਕਾ ਦਿੱਤਾ ਜਾਵੇ ਆਪਣਾ, ਉਸ ਤੋਂ ਬਾਅਦ ਫੈਸਲਾ ਕਰੇ। ਹੁਣ ਉੱਥੇ ਪ੍ਰੋਬਲਮ ਇਹ ਆਉਣੀ ਆ, ਜੇ ਉਹ ਫੈਸਲਾ ਕਰਨਾ ਦੀ ਐਬਸੋਲੂਟ ਮੈਜੋਰਿਟੀ ਆ ਇਹਨਾਂ ਦੀ ਜੀ, ਇਹ ਜਿੰਨੇ ਮਰਜ਼ੀ ਡਿਸਕਸ਼ਨ 15 ਦਿਨ ਕਰ ਲਓ, ਜੋ ਮਰਜ਼ੀ ਕਰ ਸਕਦੇ ਆ। ਫਿਰ ਇੱਕ ਕਿਸਮ ਦਾ ਇਹ ਜਿਹੜਾ ਨਾ ਥ੍ਰੈਸ਼ਹੋਲਡ ਉੱਪਰ ਚੱਕੋ। ਜੇ ਇਹ ਪਾਸ ਹੀ ਕਰ ਰਹੇ ਆ ਬਿੱਲ ਇੱਦਾਂ ਹੀ, ਕਿਉਂਕਿ ਕਰ ਸਕਦੇ ਆ, ਡਿਸਕਸ਼ਨ ਤੋਂ ਬਾਅਦ ਵੀ ਕਰ ਸਕਦੇ ਆ, ਕਿਉਂਕਿ ਐਬਸੋਲੂਟ ਮੈਜੋਰਿਟੀ ਇਹਨਾਂ ਦੀ ਤੱਕ ਵੀ ਮੈਜੋਰਿਟੀ ਆ। ਫਿਰ ਇਹਨੂੰ ਇਹ ਕਰਨਾ ਚਾਹੀਦਾ 2/3 ਮੈਜੋਰਿਟੀ ਨਾਲ ਪਾਸ ਹੋਣ, ਜੋ ਕਰਨਾ ਹੋਵੇ, ਜੋ ਫੈਸਲਾ ਹੋਵੇ ਰਿਜੈਕਟ ਕਰਨਾ, ਐਕਸੈਪਟ ਕਰਨਾ, ਚੇਂਜ ਕਰਨਾ 2/3 ਮੈਜੋਰਿਟੀ ਨਾਲ। ਬੜਾ ਇੰਪੋਰਟੈਂਟ ਚੀਜ਼ ਹੈ ਐਗਰੀ ਸੈਕਟਰ ਦੀ ਜਾਨ ਦਾ ਜਿਹੜਾ ਇਸ ਵੇਲੇ ਹੈ, ਲਾਈਫ ਦਾ ਜਿਹੜਾ ਉਹਦਾ ਕੁਐਸਚਨ ਹੈ। ਜੇ ਇਹ ਨਹੀਂ ਤਾਂ ਹੈ ਕੀ, ਇਹ ਨਾਲ ਪਾਸ ਹੋਵੇ ਔਰ ਸਾਰੀ ਕੰਸਲਟੇਸ਼ਨ ਹੋਵੇ, ਇਹ ਹੈ ਤਾਂ ਆਨਸਰ। ਹੁਣ ਇਸ ਵੇਲੇ ਕੋਈ ਆਈਡੀਆ ਨਹੀਂ ਇਹ ਕਰਨ ਦਾ ਕਿ ਬਿੱਲ ਐਕਟ ਚੰਗੇ ਆ ਜਾਂ ਮਾੜੇ ਆ। ਇਸ ਸਟੇਜ 'ਤੇ ਪਹੁੰਚ ਚੁੱਕੇ ਕਿ ਇਹਦਾ ਹੌਸਲੇ ਬੁਲੰਦ ਹੈ, ਇਹਨਾਂ ਫਿਰ ਸਪੋਰਟ ਪੂਰੀ ਆ, ਫਿਜ਼ੀਕਲ ਸਪੋਰਟ ਵੀ ਆ ਔਰ ਇਹਦੇ ਪਿੱਛੇ ਫਾਈਨੈਂਸ਼ੀਅਲ ਸਪੋਰਟ ਵੀ ਆ। ਦੇ ਕੈਨ ਕੰਟੀਨਿਊ ਐਜ਼ ਮਚ ਟਾਈਮ। ਲੇਕਿਨ ਅਗਰ ਇਹ ਕੰਟੀਨਿਊ ਰਹਿੰਦੀ ਹੈ, ਦੋ ਤਿੰਨ ਚੀਜ਼ਾਂ ਹੋ ਜਾਂਦੀਆਂ। ਇੱਕ ਤਾਂ ਕੋਈ ਐਲੀਮੈਂਟ ਵੀ ਐਸੇ ਆ ਸਕਦੇ ਜਾਂ ਪਾਏ ਜਾ ਸਕਦੇ, ਠੀਕ ਹੈ ਨਾ। ਦੂਜੀ ਹੈ ਇੱਕ ਡਿਮਾਂਡ ਦੇ ਮਗਰ 2 3 4 ਡਿਮਾਂਡਾਂ ਵੱਧਦੀ ਜਾਣੀਆਂ। ਜਿੱਦਾਂ ਹੁਣ ਚੱਲੀ MSP ਤੋਂ, ਮੰਡੀਆਂ ਤੋਂ, ਨਾਲ ਬਿਜਲੀ ਦਾ ਬਿੱਲ ਵੀ ਆ ਗਿਆ। ਸੋ ਜਿਉਂ ਡਿਲੇ ਹੋਣੀ ਆ, ਇਹਦੇ ਮੁੱਦੇ ਬਹੁਤ ਵੱਧਦੇ ਜਾਣੇ ਆ ਔਰ ਇਹਦੇ ਵਿੱਚ ਚਾਂਸਿਸ ਹੈ ਕਿ ਸ਼ਰਾਰਤ ਦਾ ਵੀ ਕਰਾਈ ਵੀ ਜਾ ਸਕਦੀ, ਹੋ ਵੀ ਸਕਦੀ ਹੈ। ਸੋ ਇਹਨੂੰ ਜਿੰਨੀ ਜਲਦੀ ਫਿਨਿਸ਼ ਕੀਤਾ ਜਾਵੇ ਉਨਾ ਹੀ ਬੈਟਰ ਹੈ। ਜੇ ਫਾਰਮਰ ਇਹ ਨਾਲ ਖੁਸ਼ ਨਹੀਂ, ਉਹ ਸਿਸਟਮ ਨਾਲ ਹੀ ਖੁਸ਼ ਹੈ, ਤਾਂ ਇਹਨੂੰ ਕੀਤਾ ਤਾਂ ਉਹਨਾਂ ਵਾਸਤੇ ਹੈ ਨਾ, ਹੈ। ਡੋਂਟ ਸੇ ਕਿ ਵੀ ਚੰਗੇ ਆ, ਤੁਸੀਂ ਸਾਡੀ ਗੱਲ ਮੰਨੋ, ਇਹ ਨਹੀਂ। ਫਿਰ ਤੁਸੀਂ ਸਿੰਪਲੀ ਪਾਰਲੀਮੈਂਟ ਜਾ ਕੇ, ਕਿਉਂਕਿ ਪਾਰਲੀਮੈਂਟ ਤੋਂ ਬਿਨਾਂ ਖਰਚ ਨਹੀਂ ਕਰਦੇ, ਪਾਰਲੀਮੈਂਟ ਦਾ ਐਕਟ ਪਾਸ ਕੀਤਾ ਹੈ ਅਤੇ ਆਪਣੇ ਇਹ ਇੰਪਲੀਮੈਂਟ ਰੋਕਦੀ ਹੈ ਨਾ ਕਰਨ ਐਕਟ ਪਾਸ ਹੋਣ ਤੋਂ ਬਾਅਦ। ਲੇਕਿਨ ਉਹਨਾਂ ਐਕਟ ਰੱਦ ਨਹੀਂ ਕਰ ਸਕਦੀ। ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਲੈ ਕੇ ਉਹਦੇ ਵਿੱਚ ਪੇਸ਼ ਕੀਤੀ ਹੈ। ਡਾਕਟਰ ਜੌਲ ਇਸ ਬਿੱਲਾਂ ਦੇ ਕਾਨੂੰਨਾਂ ਦੇ ਹੱਕ 'ਚ ਨੇ ਕਿ ਵਿਰੋਧ 'ਚ? ਇਹ ਮੈਂ ਕੁਛ ਨਹੀਂ ਕਹਿਣਾ ਇਸ ਵੇਲੇ, ਉਹ ਮੈਂ ਕਹਿ ਚੁੱਕਾ। ਮੈਂ ਉਸ ਚੀਜ਼ ਨੂੰ ਪੁਸ਼ ਨਹੀਂ ਕਰਨਾ ਚਾਹੁੰਦਾ। ਮੈਂ ਤਾਂ ਪ੍ਰੈਜ਼ੈਂਟ ਸਿਚੁਏਸ਼ਨ ਸੈਟਲ ਦੀ ਗੱਲ ਕਰਦਾ ਇਨ ਦੀ ਇੰਟਰਸਟ ਆਫ ਪੀਸ, ਕਿਉਂਕਿ ਇਕੋਨਮੀ ਨੁਕਸਾਨ ਹੋ ਰਿਹਾ, ਹਿੰਦੁਸਤਾਨ ਦੀ ਇਕੋਨਮੀ ਹੋ ਰਿਹਾ, ਪੰਜਾਬ ਦੀ ਖਾਸ ਕਰਕੇ ਹੋ ਰਿਹਾ। ਇਸ ਲਈ ਗੱਡੀਆਂ ਬੰਦ ਹੋਣ ਦੇ ਨਾਲ 50-60 ਹਜ਼ਾਰ ਕਰੋੜ ਦਾ ਇੰਡਸਟਰੀ ਦਾ ਨੁਕਸਾਨ ਹੋ ਗਿਆ। ਦਾਣੇ ਨਹੀਂ ਕਲੀਅਰ ਹੋਏ ਇੱਥੋਂ, ਜਿਹੜੇ ਸਟੋਰ ਲੱਗੇ ਆ। ਨਵੀਂ ਕਣਕ ਆਉਣ ਵਾਲੀ ਹੈ। ਫਰਟੀਲਾਈਜ਼ਰ ਪੂਰਾ ਨਹੀਂ ਪਿਆ ਕਰਨ ਦੇ ਵਿੱਚ, ਫਾਰਮਰ ਵੀ ਸਫਰ ਕੀਤੀ ਹੈ ਸਾਰੀ ਕੋਲ। ਇਹ ਇਕੋਨਮੀ ਨੂੰ ਚਲਦੀ ਕਰਨ ਵਾਸਤੇ ਜੇ ਗੌਰਮੈਂਟ ਨੂੰ ਪਿੱਛੇ ਹਟਣਾ ਪੈਂਦਾ, ਹਟ ਜਾਏ। ਡੈਮੋਕ੍ਰੇਸੀ ਹੈ ਭਾਈ, ਡਿਮਾਂਡ ਹੈ ਉਹਨਾਂ ਦੀ, ਅਤੇ ਇਸ ਡਿਮਾਂਡ ਦੇ ਵਿੱਚ ਕਰਨਾ ਚਾਹੀਦਾ। ਮੈਂ ਚੰਗੇ ਆ ਜਾਂ ਮਾੜੇ, ਇਸ ਦਾ ਸਵਾਲ ਹੀ ਕੋਈ ਨਹੀਂ ਹੈ। ਮੈਂ ਹੱਕ 'ਚ ਨਾ, ਬਟ ਇਟ ਮੈਟਰਸ। ਮੈਂ ਕਹਾਂ ਮੈਂ ਤੇ ਹੱਕ 'ਚ ਕੀ ਮੈਨੇ ਰੱਖਦਾ ਉਹਦਾ, ਮੈਂ ਕਹਾਂ ਇਹਦੇ ਬਰਖਲਾਫ ਕੀ ਮੈਨੇ ਰੱਖਦਾ ਉਹਦਾ। ਸਵਾਲ ਤਾਂ ਸਿਚੁਏਸ਼ਨ ਨੂੰ ਹੈਂਡਲ ਕਰਨਾ, ਇਹ ਸਵਾਲ ਹੈ ਇਸ ਵੇਲੇ। ਤੁਹਾਡਾ ਇੱਕ ਬਿਆਨ ਵੀ ਆਇਆ ਸੀ ਕਿ ਜੇ ਕਿਸਾਨ ਆਪਣੀ ਭਲਾਈ ਨਹੀਂ ਚਾਹੁੰਦੇ ਤਾਂ ਸਰਕਾਰ ਨੂੰ ਇਹ ਖਤਮ ਕਰ ਦੇਣੇ ਚਾਹੀਦੇ ਨੇ। ਮੈਂ ਤਾਂ ਕਹਿ ਰਿਹਾ, ਉਹ ਬਿਆਨ ਇਹ ਵੀ ਤੇ ਭਲਾਈ ਮੈਂ ਇਸ ਕਰਕੇ ਕਹੀ ਸੀ ਕਿ ਗੌਰਮੈਂਟ ਕਹਿੰਦੀ ਆ ਕਿ ਇਹ ਫਾਰਮਰ ਦੇ ਭਲੇ ਵਾਸਤੇ ਆ। ਵੀ ਜੇ ਉਹ ਜਿਹੜਾ ਤੁਸੀਂ ਭਲਾ ਕਹਿੰਦੇ ਹੋ, ਭਲਾ ਨਹੀਂ ਚਾਹੁੰਦੇ, ਤਾਂ ਫਿਰ ਤੁਸੀਂ ਕਿਉਂ ਉਹ ਕਹਿੰਦੇ ਮਧੂਬਨੀ ਸੰਘ 'ਚ ਕਿਉਂ ਦੇ ਰਹੇ ਹੋ? ਹੈ, ਉਹਨੂੰ ਤੁਸੀਂ ਰੀਕਨਸੀਡਰ ਕਰੋ। ਉਹ ਮੇਰੇ ਤਰੀਕੇ ਨਾਲ ਕਹਿੰਦਾ ਵੀ ਜੋ ਤੁਸੀਂ ਅਗਰ ਹੱਲ ਨਹੀਂ ਕਰ ਸਕਦੇ, ਐਕਸ਼ਨ ਬੰਦ ਕਰ ਦਿਓ ਫਾਰ ਦੀ ਟਾਈਮਿੰਗ। ਇਹਨੂੰ ਮੁੜ ਕੇ ਪਾਰਲੀਮੈਂਟ 'ਚ ਲਿਜਾਓ, ਪੂਰਾ ਚਾਂਸ ਦਿਓ ਐਕਸਪ੍ਰੈਸ ਕਰਨ ਦਾ, ਫਿਰ ਉਹ ਤੋਂ ਬਾਅਦ ਫੈਸਲਾ ਕਰੋ। ਔਰ ਫੈਸਲਾ 2/3 ਮੈਜੋਰਟੀ ਹੋਣਾ ਚਾਹੀਦਾ, ਸਿੰਪਲ ਮੈਜੋਰਟੀ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹ ਸਿੰਪਲ ਮੈਜੋਰਟੀ ਦੇ ਵਿੱਚ ਹੈ। ਕਿਉਂਕਿ ਪਹਿਲਾਂ ਧੱਕਾ ਕੀਤਾ ਹੋਇਆ, ਡਿਸਕਸ ਹੋਈ ਅਤੇ ਆਪਣਾ ਰਾਜ ਸਭਾ ਵਿੱਚ ਕਰਨਾ, ਪ੍ਰੈਜ਼ੀਡੈਂਟ ਨੇ ਵੀ ਨਹੀਂ ਮੋੜਿਆ ਬਿੱਲ ਨੂੰ, ਵੀ ਮੋੜ ਕੰਸੀਡਰ ਕਰੋ। ਸੋ ਇਹਨੂੰ ਦੁਬਾਰਾ ਪ੍ਰੋਸੈਸ ਜਿਹੜਾ ਉਹ ਤਾਂ ਸ਼ੁਰੂ ਤੋਂ ਇੱਕ ਓਬਜੈਕਸ਼ਨ ਹੈ, ਅੱਜ ਦਾ ਨਹੀਂ ਹੈ। ਜਿੱਥੋਂ ਕਿ ਮੈਂ ਬਿੱਲਾਂ ਨੂੰ ਸਪੋਰਟ ਕੀਤਾ ਸੀ, ਪਰ ਉਹ ਨਾਲ ਮੈਂ ਕਿਹਾ ਸੀ ਪ੍ਰੋਸੈਸ ਬਹੁਤ ਗਲਤ ਕੀਤਾ। ਉਹ ਨਾ ਜਿਹੜੀ ਆ ਟਰਸਟ ਡਿਫਿਸਿਟ ਹੋ ਗਿਆ, ਨੀਅਤ 'ਤੇ ਸ਼ੱਕ ਪੈ ਗਈ। ਔਰ ਕਿਉਂਕਿ ਮੋਦੀ ਸਾਹਿਬ ਜਿਹੜੇ ਨੇ ਬਹੁਤ ਕਾਰਪੋਰੇਟ ਦੇ ਨੇੜੇ ਨੇ, ਹੈ, ਉਹ ਕਾਰਪੋਰੇਸ਼ਨ ਲਿਆਉਣਾ ਚਾਹੁੰਦੇ ਆ। ਫਾਰਮਰ ਦੇ ਦਿਮਾਗ 'ਚ ਇਹ ਹੈਗੀ ਆ, ਡਾਊਟ ਹੈ ਕਿ ਇਹਨਾਂ ਸਭ ਕੁਝ ਫਾਰਮਰ ਨੂੰ ਹੈਂਡਓਵਰ ਕਰਨਾ ਔਰ ਫਾਰਮਰ ਮਾਰਿਆ ਜਾਊਗਾ। ਤੁਹਾਨੂੰ ਕੀ ਲੱਗਦਾ ਕੇਂਦਰ ਵਾਪਸ ਕਿਉਂ ਨਹੀਂ ਲੈ ਰਹੀ? ਚਾਹੇ ਕਿਸਾਨ ਜਿਹੜੇ ਉਹ ਯੈਸ ਜਾਂ ਨੋ ਤੇ ਅੜੇ ਹੋਏ ਨੇ, ਕੇਂਦਰ ਵੀ ਕਹਿ ਰਹੀ ਹੈ ਕਿ ਸੌਦਾ ਕਰਾ ਲਓ, ਪਰ ਵਾਪਸ ਨਹੀਂ ਲੈਣਾ ਚਾਹੁੰਦੀ। ਤੁਹਾਨੂੰ ਲੱਗਦਾ ਵੀ ਕੇਂਦਰ ਤਾਂ ਨਹੀਂ ਲੈਣਾ ਚਾਹੁੰਦੀ ਕਿ ਜੇ ਅੱਜ ਇਹ ਵਾਪਸ ਲੈ ਲਿਆ ਤਾਂ ਕੱਲ੍ਹ ਨੂੰ ਹੋਰ ਵੀ ਐਕਟ ਬੜੇ ਨੇ, ਹੋਰ ਵੀ ਲੋਕ ਇੱਦਾਂ ਹੀ ਆ ਕੇ ਸਰਕਾਰ 'ਤੇ ਪ੍ਰੈਸ਼ਰ ਬਣਾ ਸਕਦੇ ਨੇ? ਦੇਖੋ ਗੱਲ ਆ, ਇਹ ਦੋ ਚੀਜ਼ਾਂ ਨੇ। ਇੱਕ ਤਾਂ ਜਿਹੜੀ ਤੁਸੀਂ ਕਹਿੰਦੇ ਵੀ ਇੱਕ ਵਾਰੀ ਜੇ ਵਾਪਸ ਹੋ ਲਿਆ ਤਾਂ ਜਿਹੜੀ ਗੌਰਮੈਂਟ ਵੀਕ ਪੈ ਜਾਂਦੀ ਹੈ। ਵੀਕ ਪੈਣ ਤੋਂ ਬਾਅਦ ਫਿਰ ਜਿਹੜਾ ਕੋਈ ਹੋਰ ਵੀ ਇਸ਼ੂ ਹੋ ਸਕਦੇ ਆ, ਕਿਉਂਕਿ ਇਹਨਾਂ ਨੇ ਜਦ ਪਹਿਲਾਂ ਡਿਮੋਨਟਾਈਜੇਸ਼ਨ ਕੀਤੀ, ਉਹ ਵੀ ਗਲਤ ਸੀਗੀ, ਹੈ। ਉਹਦੇ 'ਚ ਵੀ ਕੋਈ ਪ੍ਰੋਟੈਸਟ ਨਹੀਂ ਹੋਇਆ ਐਡਮਿਸ਼ਨ ਦਾ। ਫਿਰ GST ਜਿਹੜੀ ਅਨਪ੍ਰੀਪੇਅਰਡ ਕਰਕੇ ਲਗਾ ਹਾਲ ਤੱਕ ਸਫਰ ਕਰ ਰਹੇ ਆ। ਫਿਰ 370 ਲਾਤੀ, ਉਹ ਵੀ ਉੱਥੇ ਥੋੜ੍ਹਾ ਉਹ ਨਹੀਂ ਚੱਕ ਕੇ ਅੰਦਰ ਦੇ 'ਤੇ ਕੰਮ ਗਿਆ।
ਫਿਰ ਇਹ CA ਦਾ ਹੈਗਾ, ਰਜਿਸਟਰ ਦਾ ਹੈਗਾ, ਸਾਰਾ ਜੋ ਉਹਦੇ ਵਿੱਚ ਜਿਹੜੀ ਆ ਬੜੀ ਲਿਮਿਟਡ ਜਿਹੀ ਐਜੀਟੇਸ਼ਨ ਹੋਈ ਆ। ਲੇਕਿਨ ਇਹ ਐਜੀਟੇਸ਼ਨ ਜਿਹੜੀ ਆ ਉਹ ਡਿਫਰੈਂਟ ਆ ਉਹਦੇ ਨਾਲ। ਇਹਦੇ ਵਿੱਚ ਆਲਮੋਸਟ ਟੋਟਲ ਮੁਲਕ ਦੇ ਜਿਹੜੇ ਫਾਰਮਰ ਆ ਉਹ ਖੜੇ ਹੋ ਗਏ, ਉਹਨਾਂ ਪਿੱਛੇ ਸਪੋਰਟ ਹੋ ਗਈ ਆ। ਨੋ ਇਟਸ ਅ ਪਬਲਿਕ ਜਿਹੜਾ ਆ ਉਹ ਅਗਰ ਚਾਹੁੰਦੀ ਆ ਵੀ ਨਹੀਂ ਇਹ ਤਾਂ ਉਹ ਖਤਮ ਹੋਊਗਾ। ਇਹ ਨਹੀਂ ਕਿਸੇ ਹੋਰ ਇਸ਼ੂ 'ਤੇ ਇਕੱਠੇ ਨਹੀਂ ਹੋ ਸਕਦਾ। ਗੌਰਮੈਂਟ ਨੂੰ ਸ਼ੱਕ ਤਾਂ ਇਹ ਹੈ ਬੋਲਿਆ। ਅਤੇ ਦੂਜੀ ਗੱਲ ਇਹ ਆ ਬਈ ਜੇ ਗੌਰਮੈਂਟ ਵਾਕਈ ਪਿੱਛੇ ਲੈਂਦੀ ਉਹਨੂੰ ਇਹ ਵੀ ਹੈਗਾ ਵੀ ਦੂਜੇ ਹੋਣਗੇ, ਪਰ ਮੈਨੂੰ ਯਕੀਨ ਹੈ ਕਿ ਹੋਰ ਕੋਈ ਇਸ਼ੂ ਜਿਹੜਾ ਇੰਨਾ ਐਜੀਟੇਸ਼ਨ ਨਹੀਂ ਹੋ ਸਕਦੀ। ਸੋ ਗੌਰਮੈਂਟ ਨੂੰ ਇਹ ਸ਼ੱਕ ਜਿਹੜੀ ਆ ਦੂਰ ਕਰ ਲੈਣੀ ਚਾਹੀਦੀ ਆ। ਆਹੋ ਜੌਨ ਸਾਹਿਬ, ਇੰਨੀ ਤੁਹਾਡੀ ਉਮਰ ਹੋ ਚੁੱਕੀ ਹੈ, ਇੰਨਾ ਤੁਹਾਨੂੰ ਤਜਰਬਾ ਹੈ, ਕਦੀ ਆਪਣੀ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਤੁਸੀਂ ਅੰਦੋਲਨ ਦੇਖਿਆ ਜਿਹੜਾ ਦਿੱਲੀ ਨੂੰ ਘੇਰ ਕੇ ਹੀ ਬੈਠ ਕੇ ਹੁਣ ਤੇ ਉੱਥੇ ਹੀ ਆਪਣਾ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਬੈਠ ਕੇ ਹੁਣ ਆਪਣੇ ਬੱਚਿਆਂ ਨੂੰ ਲੈ ਕੇ? ਮੈਂ ਦੇਖਿਆ ਜਦੋਂ ਬਿਜਲੀ ਦੇ ਕੇਮ ਵਧਾਈ ਸੀ, ਜਦ ਮੇਰੀ ਕਮੇਟੀ ਬਣਾਈ ਸੀ ਇਹਨਾਂ ਨੇ, ਫਾਰਮਰਸ ਨੂੰ ਮੈਨੂੰ ਮੇਰੇ 'ਤੇ ਪੂਰਾ ਯਕੀਨ ਰਿਹਾ ਹੁਣ ਤੱਕ। ਜਿਸ ਕਮੇਟੀ ਵਿੱਚ ਵੀ ਮੇਰਾ ਨਾਮ ਆਉਂਦਾ ਸੀਗਾ ਫਾਰਮਰ ਮੰਨ ਲੈਂਦੇ ਸੀ। ਮੈਂ ਹੁਣ ਵੀ ਮੈਂ ਫਾਰਮਰ ਦੇ ਬਰਖਲਾਫ ਨਹੀਂ ਜਾ ਸਕਦਾ, ਕਿਉਂਕਿ ਮੈਂ ਆਪ 44 ਤੋਂ ਲੈ ਕੇ 52 ਤੱਕ ਹੱਥੀਂ ਖੇਤੀ ਕੀਤੀ ਹੋਈ ਹੈ। ਹੁਣ ਵੀ ਮੇਰੀ ਸਾਰੀ ਫੈਮਿਲੀ ਜਿਹੜੀ ਆ ਖੇਤੀ 'ਚ ਹੈ। ਮੈਂ ਹੈਡ ਹਾਂ ਉਸ ਫੈਮਿਲੀ ਦਾ, ਕੋਈ ਜੁਆਇੰਟ ਫੈਮਿਲੀ ਸਾਡੀ। ਮੈਂ ਫਾਰਮਰ ਦੇ ਅਗੇਂਸਟ ਸੋਚ ਵੀ ਨਹੀਂ ਸਕਦਾ ਇੱਕ ਤਾਂ ਕੀ ਕਰਨਾ। ਦੂਸਰੀ ਮੈਨੂੰ ਹੁਣ ਲਾਲਚ ਕੀ ਆ, 93 ਸਾਲ ਦੀ ਮੇਰੀ ਉਮਰ ਆ, ਚਾਂਸਲਰ ਅੱਗੇ ਬੈਠਿਆ ਕਹਿੰਦਾ ਊਠ 'ਤੇ ਚੜੇ ਕੀ ਹੋਰ ਕੀ ਲੈਣਾ ਹੈ, ਉਹ ਹਿਸਾਬ ਹੈ। ਸੋ ਮੈਨੂੰ ਤਾਂ ਕੋਈ ਲਾਲਚ ਨਹੀਂ। ਮੈਂ ਫਾਰਮਰ ਦੇ ਹਿੱਤ ਦੀ ਗੱਲ ਕਰਨੀ ਆ। ਹੋ ਸਕਦਾ ਮੇਰੀ ਓਪੀਨੀਅਨ ਡਿਫਰੈਂਟ ਹੋਵੇ, ਸਮਝੇ ਨਾ, ਕਿ ਮੇਰੀ ਕੋਈ ਇਹ ਨੀਤ 'ਤੇ ਨਹੀਂ ਸ਼ੱਕ ਕਰ ਸਕਦਾ ਕਿ ਮੈਂ ਫਾਰਮਰ ਦੇ ਹੱਕ ਨਹੀਂ ਕਰਦਾ। ਸੋ ਇਹ ਜਿਹੜੀ ਹੈ ਅੱਗੇ ਹੋਈ ਸੀ, ਅੱਗੇ ਇਹ ਬਿਜਲੀ ਦੀ ਕੀਮਤ ਵਧਾਈ ਸੀ ਤਾਂ ਉਦੋਂ ਫਾਰਮਰ ਨੇ ਗਵਰਨਰ ਦਾ ਹਾਊਸ ਸੀ ਉਹ ਘੇਰ ਲਿਆ ਸੀ। ਉੱਥੇ ਵੀ ਸਬਜ਼ੀਆਂ ਉਗਾਉਣ ਦੀ ਗੱਲ ਕਰ ਰਹੇ ਅਤੇ ਮੱਝਾਂ ਗਾਈਆਂ ਵੀ ਲਾਇਆ ਸੀਗੇ। ਆਓ ਉਹ ਫਿਰ ਇਹਨਾਂ ਨੇ ਕਮੇਟੀ ਦੇ ਬੰਨੇ ਸੀਗੇ ਜਿਹਦਾ ਕਿ ਮੈਂ ਹੈਡ ਕੀਤਾ ਸੀ। ਉਹ ਕਮੇਟੀ ਬਿਜਲੀ ਦੇ ਬਿੱਲਾਂ ਦੇ ਉੱਤੇ ਉਹ ਮੈਂ ਰਿਪੋਰਟ ਦਿੱਤੀ ਸੀ। ਰਿਪੋਰਟ ਦੇ ਮੇਰੇ ਨਾਲ ਲਾਇਆ ਸੀ ਕਿ ਇੱਕ ਦਮੋਦਰ ਵੈਲੀ ਕਾਰਪੋਰੇਸ਼ਨ ਦਾ ਸੀਗਾ ਮੈਂਬਰ, ਇੱਕ ਇਲੈਕਟ੍ਰਿਸਿਟੀ ਅਥਾਰਟੀ ਦਿੱਲੀ ਦਾ ਚੀਫ ਸੀਗਾ, 2 ਬੰਦੇ, ਤੀਜਾ ਮੈਂ ਸੀ। ਮੈਂ ਇੱਕ ਡੇਟਾ ਲੈਣ ਲਈ ਇੱਕ ਪ੍ਰੋਫੈਸਰ ਆਪਣੇ ਨੂੰ ਅਡੋਪਟ ਕਰ ਲਿਆ ਸੀ। ਉਹ 2-3 ਮਹੀਨੇ ਲਾ ਕੇ ਮੈਂ ਉਹਦੀ ਰਿਪੋਰਟ ਦਿੱਤੀ ਸੀ। ਉਹ ਰਿਪੋਰਟ ਪਹਿਲਾਂ ਫਾਰਮਰ ਨੂੰ ਸ਼ੱਕ ਸੀ ਵੀ ਸਾਡੇ ਬਰਖਲਾਫ ਆਉਣੀ ਹੈ। ਇਹ ਆਏ, ਉਹ ਸ਼ਰਦ ਜੋਸ਼ੀ ਸੀਗਾ, ਇਹ ਕਰਕੇ ਮੈਨੂੰ ਕਹਿਣਾ ਸਾਨੂੰ ਡੇਟਾ ਦਿਓ। ਮੈਂ ਕਿਹਾ ਵੀ ਡੇਟਾ ਤੁਸੀਂ ਦਿਓ, ਮੈਂ ਡੇਟਾ ਤਾਂ ਮੈਂ ਆਪ ਇੰਟਰਪ੍ਰੇਟ ਕਰ ਸਕਦਾ, ਮੇਰੇ ਕੋਲ ਹੈਗਾ, ਮੈਨੂੰ ਡੇਟਾ ਤੁਸੀਂ ਦਿਓ। ਇਹ ਇਹਨਾਂ ਨੂੰ ਸ਼ੱਕ ਪੈ ਗਈ। ਮੈਂ ਕਿਹਾ ਚਲ ਠੀਕ ਹੈ। ਉਹ ਜਦ ਰਿਪੋਰਟ ਸਬਮਿਟ ਕੀਤੀ ਅਤੇ ਉਹਦੀ ਫਾਰਮਰ ਕਹਿਣ ਵੀ ਇਹ ਤਾਂ ਰਿਪੋਰਟ ਸਾਡੇ ਬਹੁਤ ਹੱਕ 'ਚ ਹੈ, ਰਿਲੀਜ਼ ਕਰੋ। ਉਦੋਂ ਇੰਦਰਾ ਗਾਂਧੀ ਚੀਫ ਆਪਣੀ ਸੀ, ਪ੍ਰਾਈਮ ਮਿਨਿਸਟਰ ਸੀ। ਉਹਨੇ ਰਿਪੋਰਟ ਮੰਗਾ ਕੇ ਇਹਨੂੰ ਬੰਦ ਕਰਤਾ, ਰਿਪੋਰਟ ਰਿਲੀਜ਼ ਨਹੀਂ ਹੋਣ ਦਿੱਤੀ। ਫਾਰਮਰ ਨੇ ਐਜੀਟੇਸ਼ਨ ਕਰਕੇ ਉਹ ਫਿਰ ਬਰਨਾਲਾ ਜਦ ਮਿਨਿਸਟਰੀ ਆਈ ਉਦੋਂ ਰਿਲੀਜ਼ ਕਰਾਈ ਸੀ। ਉਹ ਰਿਪੋਰਟ ਸੀ ਇਸ ਸੀ ਕਿ ਜਿਹੜੀ ਮੈਂ ਉਹਦੇ 'ਚ ਮੇਰਾ ਮੇਨ ਥੀਮ ਇਹ ਸੀ ਕਿ ਸਵਾਲ ਬਿਜਲੀ ਦੀ ਬਿੱਲ ਦਾ ਨਹੀਂ ਹੈ ਕਹਿੰਦਾ, ਸਵਾਲ ਫਾਰਮਰ ਦੀ ਜਿਹੜੀ ਇਕਨੋਮਿਕ ਸਕੁਈਜ਼ ਹੈ ਉਹਦਾ। ਉਹ ਮੈਂ ਸਾਰੀ ਡੇਟਾ ਦੇ ਕੇ ਆਪਣਾ ਪਹਿਲਾ ਚੈਪਟਰ ਲਿਖਿਆ ਸੀ। ਉਹ ਸੀ ਉਹਨੂੰ ਗੌਰਮੈਂਟ ਟਰਬਲ ਕਰ ਰਿਹਾ ਸੀ। ਫਿਰ ਇਹਨਾਂ ਨੇ ਐਜੀਟੇਸ਼ਨ ਕਰਾਈ। ਉਹ 'ਚ ਮੈਂ ਕੀ ਰਿਕਮੈਂਡ ਕੀਤਾ ਬਿਜਲੀ ਬਾਰੇ ਕਿ ਫਾਰਮਰ ਨੂੰ ਸਬਸਿਡੀ ਚਾਹੀਦੀ ਹੈ। ਜੇ ਤੁਸੀਂ ਬਿਜਲੀ ਸਸਤੀ ਦੇਣੀ ਆ ਤਾਂ ਜਿਹੜਾ ਕੈਪੀਟਲ ਕਾਸਟ ਹੋਈ ਉਹਨੂੰ ਕੱਢ ਦਿਓ, ਜਿਹੜਾ ਨਾ ਕਾਸਟ ਲੈ ਲਓ। ਫਾਰਮਰ ਐਗਰੀਕਲਚਰ ਇਹ ਜਿਹੜੀ ਆ ਮਤਲਬ ਫਾਰਮਰਸ ਨੇ ਐਜੀਟੇਸ਼ਨ ਕਾਸ ਰਿਲੀਜ਼ ਕਰਾਈ ਸੀ। ਦੇ ਵਰ ਰੈਡੀ ਟੂ ਪੇ ਸਬਸਿਡਾਈਜ਼ ਪੇ ਕਰਨ ਸੀ। ਫਾਰਮਰਸ ਨੇ ਕਦੇ ਫਰੀ ਬਿਜਲੀ ਨਹੀਂ ਸੀ ਮੰਗੀ ਹੈ। ਉਹ ਕਹਿੰਦੇ ਸੀ ਸਾਨੂੰ ਰੈਗੂਲਰ ਦਿਓ, ਕੁਆਲਿਟੀ ਬਿਜਲੀ ਦਿਓ, ਜਾਂ ਸਾਡੇ ਜੀ ਕਰੇ ਆਨ ਕਰ ਲਈਏ, ਜਿੱਦ ਕਰੀਏ ਆਫ ਕਰ ਲਈਏ, 3 ਫੇਜ਼ ਬਿਜਲੀ ਦਿਓ ਸਾਨੂੰ ਹੈ। ਉਹਨਾਂ ਨੇ ਕਿਤੇ ਨਹੀਂ ਕਿਹਾ ਵੀ ਅਸੀਂ ਬਿੱਲ ਨਹੀਂ ਦੇਣੇ। ਔਰ ਮੇਰੀ ਰਿਪੋਰਟ ਨੂੰ ਤਾਂ ਉਹਨੇ ਕੀਤਾ ਸੀਗਾ। ਫਾਰਮਰਸ ਨੂੰ ਇੰਨਾ ਯਕੀਨ ਸੀਗਾ ਕਿ ਮੈਂ ਫਾਰਮਰ ਦੇ ਅਗੇਂਸਟ ਨਹੀਂ ਜਾ ਸਕਦਾ। ਲੇਕਿਨ ਹੁਣ ਜਦ ਮੈਂ ਪ੍ਰੋਫੈਸ਼ਨਲੀ ਗੱਲ ਠੀਕ ਕਰਦਾ, ਉਹਨਾਂ ਨੂੰ ਚੰਗੀ ਨਹੀਂ ਲੱਗੀ ਹੈ। ਹੋ ਸਕਦਾ ਮੇਰੀ ਮਿਸਅੰਡਰਸਟੈਂਡਿੰਗ ਹੋ ਸਕਦਾ, ਲੇਕਿਨ ਇੱਕ ਗੱਲ ਹੈ ਕਿ ਮੈਂ ਫਾਰਮਰ ਦੇ ਅਗੇਂਸਟ ਕੋਈ ਵੀ ਜਿਹੜੀ ਚੀਜ਼ ਹੁੰਦੀ ਹੈ ਉਹਨੂੰ ਮੈਂ ਐਕਸੈਪਟ ਨਹੀਂ ਕਰਦਾ, ਸਮਝੇ ਨਾ। ਹੁਣ ਜਿਹੜੀ ਮੇਰੀ ਸਜੈਸ਼ਨ ਹੈ ਟੂ ਰਿਸਟੋਰ ਪੀਸ, ਟੂ ਪੁੱਟ ਦੀ ਇਕੋਨਮੀ ਬੈਕ ਔਨ ਦੀ ਲਾਈਨ, ਇਹ ਜਿਹੜੀ ਆ ਯੈਸ ਔਰ ਨੋ ਵਾਲੀ ਨੂੰ ਇਹਨੂੰ ਸੋਲਵ ਕਰੋ। ਉਹਦੇ ਮੈਂ ਤਰੀਕੇ ਤੁਹਾਨੂੰ ਦੱਸਦੇ ਆ ਗੱਲ ਹੈ।
ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਸਨ ਸਾਡੇ ਨਾਲ ਸਰਦਾਰਾ ਸਿੰਘ ਜੌਲ, ਉੱਘੇ ਅਰਥ ਸ਼ਾਸਤਰੀ ਨੇ, ਤੇ ਇਹਨਾਂ ਦਾ ਕਹਿਣਾ ਹੈ ਕਿ ਯੈਸ ਔਰ ਨੋ ਵਾਲੀ ਸਥਿਤੀ ਨੂੰ ਹੱਲ ਕਰਨਾ ਚਾਹੀਦਾ ਹੈ। ਕਿਸਾਨ ਜਥੇਬੰਦੀਆਂ ਨੂੰ ਉਹ ਖੇਤੀ ਕਾਨੂੰਨ ਜਿਨ੍ਹਾਂ ਦੀ ਮੰਗ ਕਰ ਰਹੇ ਨੇ ਕਿ ਰੱਦ ਹੋਣੇ ਚਾਹੀਦੇ, ਉਹਦੀ ਜਗ੍ਹਾ ਨਾਲ ਇੱਕ ਅਲਟਰਨੇਟਿਵ ਵੀ ਸਰਕਾਰ ਨੂੰ ਦੇਣਾ ਚਾਹੀਦਾ ਹੈ ਕਿ ਉਸ ਦੀ ਜਗ੍ਹਾ ਇਹ ਕਾਨੂੰਨ ਹੋਣਾ ਚਾਹੀਦਾ, ਜਾਂ ਜੇਕਰ ਉਹਨਾਂ ਨੂੰ ਪੁਰਾਣੀ ਹੀ ਜੋ ਸਿਚੁਏਸ਼ਨ ਚੱਲ ਰਹੀ ਹੈ, ਜੋ ਮੰਡੀਆਂ ਦੇ ਵਿੱਚ ਪਹਿਲਾਂ ਚੱਲ ਰਿਹਾ, ਉਹੀ ਚਾਹੀਦਾ, ਉਹ ਵੀ ਸਰਕਾਰ ਨੂੰ ਕਲੀਅਰ ਕਰਨ ਅਤੇ ਸਰਕਾਰ ਵੀ ਜਿਹੜਾ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਕਰੇ। ਤਾਂ ਵਧੇਰੇ ਅਪਡੇਟਸ ਸੀ ਸਾਨੂੰ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।